ਹਾਂਜੀ, ਪਿਛਲੇ ਭਾਗ ਦੇ ਵਿੱਚ ਜਿਹੜਾ ਜ਼ਿਕਰ ਆਪਾਂ ਨੇ ਕੀਤਾ ਸੀ, ਗੱਲ ਪਹੁੰਚੀ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੇ ਮੇਲ ਤੱਕ। ਸੋ ਮੇਲ ਵੇਲੇ 1708 ਦਾ ਦਿਨ ਹੈ ਜੀ, 3 ਸਤੰਬਰ ਦਾ ਜਿਹੜਾ ਜ਼ਿਕਰ ਕੀਤਾ ਹੈ ਨੱਥਮਲ ਦੀ ਕਿਤਾਬ ਅਮਰਨਾਮਾ ਦੇ ਵਿੱਚ। ਉਹਦੇ ਹਿਸਾਬ ਨਾਲ ਕਈ ਭਾਗ ਇਹਦੇ ਬਣਾਉਣੇ ਪੈਣਗੇ, ਕਿਉਂਕਿ ਇਤਿਹਾਸ ਲੰਬਾ ਹੈ ਅਤੇ ਅੱਗੇ ਅੱਗੇ ਉਹ ਚੀਜ਼ਾਂ ਆਉਣਗੀਆਂ ਜਿਹੜੀਆਂ ਅਸੀਂ ਕਦੇ ਇਤਿਹਾਸ ਦੇ ਵਿੱਚ ਅੱਜ ਤੱਕ ਸੁਣੀਆਂ ਹੀ ਨਹੀਂ। ਹੁਣ ਜਦੋਂ ਮੇਲ ਹੁੰਦਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਦੇ ਅੱਗੇ ਪੇਸ਼ ਹੁੰਦਾ। ਬੰਦਾ ਆਪਣੇ ਆਪ ਨੂੰ ਕਹਿੰਦਾ ਹੈ ਅਤੇ ਜਿਹੜਾ ਅੰਮ੍ਰਿਤ ਹੈ ਇੱਥੇ ਗੁਰੂ ਗੋਬਿੰਦ ਸਿੰਘ ਵੱਲੋਂ ਜਿਹੜਾ ਛਕਾਇਆ ਜਾਂਦਾ, ਉਹਦੇ 'ਤੇ ਵੀ ਕਈ ਜਿਹੜੇ ਸਵਾਲ ਖੜ੍ਹੇ ਹੁੰਦੇ ਰਹੇ। ਪੁਰਾਣੇ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਝੁਠਲਾਇਆ, ਪਰ ਧੰਨਵਾਦ ਕਰਨਾ ਬਣਦਾ ਡਾਕਟਰ ਗੰਡਾ ਸਿੰਘ ਵਰਗੇ ਇਤਿਹਾਸਕਾਰਾਂ ਦਾ, ਜਾਂ ਮੌਜੂਦਾ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਵਰਗੇ ਇਤਿਹਾਸਕਾਰਾਂ ਦਾ, ਜਿਨ੍ਹਾਂ ਨੇ ਸੱਚ ਦੇ ਨੇੜੇ ਦਾ ਇਤਿਹਾਸ ਖੋਜ ਕਰਕੇ ਲਿਆਂਦਾ ਸਾਡੇ ਸਾਹਮਣੇ। ਸੋ ਪਹਿਲਾਂ ਡਾਕਟਰ ਗੰਡਾ ਸਿੰਘ ਤੋਂ ਪਹਿਲਾਂ ਲਾਲਾ ਦੌਲਤ ਰਾਏ ਵਰਗੇ ਇਤਿਹਾਸਕਾਰ ਲਿਖਦੇ ਰਹੇ ਵੀ ਤਾਂ ਕਰਕੇ ਜੀ ਅੰਮ੍ਰਿਤ ਨਹੀਂ ਛਕਾਇਆ, ਕਿਉਂਕਿ ਗੁਰੂ ਗੋਬਿੰਦ ਸਿੰਘ ਜਿਹੜੀ ਦੇਹਧਾਰੀ ਪ੍ਰਥਾ ਹੈ ਉਹਨੂੰ ਖ਼ਤਮ ਕਰਨਾ ਚਾਹੁੰਦੇ ਸੀ। ਪਰ ਡਾਕਟਰ ਗੰਡਾ ਸਿੰਘ ਨੇ ਜਿਹੜੇ ਫਾਰਸੀ ਦੇ ਸਰੋਤ ਆ ਉਸ ਵਕਤ ਦੇ ਮੌਜੂਦਾ, ਉਹਨਾਂ 'ਤੇ ਖੋਜ ਕਰਕੇ ਫਿਰ ਜਿਹੜਾ ਇਤਿਹਾਸ ਅੱਗੇ ਲਿਆਂਦਾ, ਉਹਦੇ ਵਿੱਚ ਇਹ ਫਿਰ ਜਿਹੜੇ ਪ੍ਰੂਫ ਆ ਪੂਰੇ ਮਿਲਦੇ ਆ। ਅਹਿਮਦ ਸ਼ਾਹ ਬਟਾਲਵੀ ਦੀ ਲਿਖਤਾ ਤਰੀਖ ਏ ਪੰਜਾਬ, ਉਹਦੇ ਵਿੱਚੋਂ ਕੱਢ ਕੇ ਜਿਹੜਾ ਇਤਿਹਾਸ ਵੀ ਡਾਕਟਰ ਗੰਡਾ ਸਿੰਘ ਨੇ ਲਿਖਿਆ, ਉਹਦੇ ਵਿੱਚ ਲਿਖਿਆ ਗਿਆ, ਜਿਹਦੇ ਵਿੱਚ ਪਹਿਲੀ ਵਾਰ ਇਹ ਗੱਲ ਲਿਖੀ ਗਈ, ਜਿਹਦੇ ਵਿੱਚ ਮਾਧੋ ਦਾਸ ਨੇ ਜਦੋਂ ਕਿਹਾ ਕਿ ਮੈਂ ਤੁਹਾਡਾ ਬੰਦਾ ਹਾਂ। ਸੋ ਉਹਦੇ ਵਿੱਚ ਅੱਗੇ ਗੁਰੂ ਗੋਬਿੰਦ ਸਿੰਘ ਵੱਲੋਂ ਖੰਡੇ ਦੀ ਜਿਹੜੀ ਪਾਹਲ ਦੇਣ ਦਾ ਜ਼ਿਕਰ ਵੀ ਆਉਂਦਾ। ਸੋ ਡਾਕਟਰ ਗੰਡਾ ਸਿੰਘ ਨੇ ਆਪਣੀ ਕਿਤਾਬ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ 10-15 ਇਤਿਹਾਸਿਕ ਉਹ ਰੈਫਰੈਂਸ ਦਿੱਤੇ ਆ, ਜਿਨ੍ਹਾਂ ਦੇ ਵਿੱਚ ਜਿਹੜਾ ਮਾਧੋ ਦਾਸ ਨੂੰ ਇੱਥੇ ਅੰਮ੍ਰਿਤ ਛਕਾਉਣ ਦਾ ਜਿਹੜਾ ਜ਼ਿਕਰ ਉਹ ਮਿਲਦਾ। ਕਈ ਇਤਿਹਾਸਕਾਰਾਂ ਨੇ ਇੱਥੇ ਨਾਂ ਗੁਰਬਖਸ਼ ਸਿੰਘ ਦੇਣ ਦਾ ਜ਼ਿਕਰ ਵੀ ਕਰਿਆ, ਪਰ ਅਸਲ ਦੇ ਵਿੱਚ ਜਿਹੜਾ ਨਾਂ ਹੈ ਉਹ ਇੱਥੇ ਬੰਦਾ ਸਿੰਘ, ਜਿਹੜਾ ਨਾਂ ਹੈ ਮਾਧੋ ਦਾਸ ਨੂੰ ਉਹ ਦਿੱਤਾ ਗਿਆ। ਉੱਥੋਂ ਹੀ ਗੁਰੂ ਸਾਹਿਬ ਨੇ ਪੰਜਾਬ ਵੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਜਿਵੇਂ ਪਿਛਲੇ ਭਾਗ ਵਿੱਚ ਵੀ ਮੈਂ ਕਿਹਾ ਸੀ ਵੀ ਬਦਲੇ ਲੈਣ ਦਾ ਰੌਲਾ ਬਹੁਤ ਪਾਇਆ ਇਤਿਹਾਸਕਾਰਾਂ ਨੇ, ਬਦਲਾ ਲੈਣ ਭੇਜਿਆ, ਸਰਹੰਦ ਦਾ ਬਦਲਾ ਲੈਣਾ, ਚਮਕੌਰ ਦਾ ਬਦਲਾ ਲੈਣਾ, ਪਰ ਮਤਲਬ ਇਹ ਬਦਲੇ ਦਾ ਨਹੀਂ ਸੀ। ਅਸਲ ਦੇ ਵਿੱਚ ਇਹ ਭੇਜਿਆ ਗਿਆ ਸੀ ਇੱਕ ਹਲੀਮੀ ਰਾਜ ਦੀ ਜਿਹੜੀ ਸਥਾਪਨਾ ਉਹ ਕਰਨ ਵਾਸਤੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਭੇਜਿਆ, ਫਿਰ ਗੁਰੂ ਗੋਬਿੰਦ ਸਿੰਘ ਨੇ ਨਾਲ ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ, 5 ਸਿੰਘ, 5 ਪਿਆਰਿਆਂ ਦੇ ਰੂਪ ਦੇ ਵਿੱਚ, ਅਤੇ 20 ਦੇ ਕਰੀਬ ਜਿਹੜੇ ਹੋਰ ਸਿੰਘ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹ ਪੰਜਾਬ ਵੱਲ ਨੂੰ ਤੋਰੇ। 5 ਪਿਆਰਿਆਂ ਦੇ ਵਿੱਚ 3 ਸਕੇ ਭਰਾ ਸੀ, ਜਿਨ੍ਹਾਂ ਦੇ ਨਾਂ ਭਗਵੰਤ ਸਿੰਘ, ਬਾਜ ਸਿੰਘ ਅਤੇ ਕੌਰ ਸਿੰਘ, ਅਤੇ 2 ਪਿਤਾ ਪੁੱਤਰ ਦੀ ਜਿਹੜੀ ਜੋੜੀ ਸੀ ਵਿਨੋਦ ਸਿੰਘ ਅਤੇ ਕਾਹਨ ਸਿੰਘ। 2 ਜਿਹੜੇ ਸਿੰਘ ਉਹ ਸੀ ਜਿਨ੍ਹਾਂ ਦਾ ਅੱਗੇ ਜਾ ਕੇ ਇਤਿਹਾਸ ਦੇ ਵਿੱਚ ਬਹੁਤ ਜਿਹੜਾ ਜ਼ਿਕਰ ਰਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। 5 ਪਿਆਰੇ ਇੱਕ ਤਰ੍ਹਾਂ ਨਾਲ ਸਲਾਹਕਾਰਾਂ ਦੀ ਇੱਕ ਕੌਂਸਲ ਸੀ, ਜਿਨ੍ਹਾਂ ਨਾਲ ਸਲਾਹ ਮਸ਼ਵਰੇ ਕਰਕੇ ਅੱਗੇ ਦਾ ਜਿਹੜਾ ਪ੍ਰੋਗਰਾਮ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਦੇ ਜਾਣਾ ਸੀ। ਅਤੇ ਜਿਹੜਾ ਨਗਾਰਾ ਦਿੱਤਾ ਸੀ ਉਹ ਇੱਕ ਆਜ਼ਾਦ ਰਾਜ ਦੀ ਜਿਹੜੀ ਨਿਸ਼ਾਨੀ ਦੇ ਤੌਰ 'ਤੇ ਦਿੱਤਾ ਸੀ ਕਿ ਇੱਕ ਰਾਜ ਸਥਾਪਿਤ ਕਰਨਾ ਹੈ। ਨਗਾਰਾ ਵਜਾਉਣ ਦੀ ਆਗਿਆ ਜਿਹੜੀ ਉਦੋਂ ਹਰੇਕ ਨੂੰ ਹੁੰਦੀ ਨਹੀਂ ਸੀ, ਸਿਰਫ ਬਾਦਸ਼ਾਹੀ ਜਿਹੜਾ ਨਗਾਰਾ ਉਹ ਵਜਾ ਸਕਦਾ ਸੀ। ਔਰੰਗਜ਼ੇਬ ਦਾ ਸ਼ਹਿਜ਼ਾਦਾ ਹੋਇਆ ਮੁਅੱਜ਼ਮ, ਜਿਹੜਾ ਬਾਅਦ 'ਚੋਂ ਬਹਾਦਰ ਸ਼ਾਹ ਬਣਿਆ। ਕਾਬਲ ਦਾ ਉਹ ਗਵਰਨਰ ਲਾਇਆ, ਖੁਸ਼ੀ 'ਚ ਆ ਕੇ ਉਹਨੇ ਇੱਥੇ ਨਗਾਰਾ ਵਜਾਤਾ ਸੀ, ਅਤੇ ਔਰੰਗਜ਼ੇਬ ਨੇ ਫਿਰ ਸੁਨੇਹਾ ਭੇਜਿਆ ਸੀ ਉਹਨੂੰ ਕਿ ਠੀਕ ਹੈ ਤੇਰੀ ਖੁਸ਼ੀ ਜਾਇਜ਼ ਹੈ, ਢੋਲ ਜਿੰਨੇ ਮਰਜ਼ੀ ਵਜਾ ਲੈ, ਪਰ ਨਗਾਰਾ ਅੱਜ ਵਜਾ ਲਿਆ, ਦੁਬਾਰਾ ਨਗਾਰਾ ਜਿਹੜਾ ਉਹ ਵੱਜਣਾ ਨਹੀਂ ਚਾਹੀਦਾ। ਬਾਦਸ਼ਾਹ ਨੇ ਆਪਣੇ ਪੁੱਤ ਨੂੰ ਵੀ ਵਜਾਉਣ ਨਹੀਂ ਸੀ ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਨੇ ਇੱਥੇ ਇੱਕ ਨਗਾਰਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤਾ। ਅਤੇ ਨਾਲ ਜਿਹੜੇ ਹੁਕਮਨਾਮੇ ਦਿੱਤੇ ਆ ਜਿਹੜੇ ਆਪਣੇ ਸਿੱਖਾਂ ਨੂੰ, ਕਿ ਜਾ ਕੇ ਹੁਕਮਨਾਮੇ ਦੇਣੇ ਕਿ ਮੈਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਭੇਜਿਆ ਅਤੇ ਜਿਹਦੇ ਨਾਲ ਉਹ ਜਿਹੜੀ ਤੇਰੀ ਮਦਦ ਉਹ ਕਰਨਗੇ। ਸੋ ਜਦੋਂ ਪੰਜਾਬ ਵੱਲ ਆਏ, ਫਿਰ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਘੋੜ ਸਵਾਰ ਨਾਲ ਸਿੰਘ ਸੀ ਉਹਨਾਂ ਨੂੰ ਹੁਕਮਨਾਮੇ ਦੇ ਕੇ ਮਾਝੇ, ਮਾਲਵੇ, ਦੁਆਬੇ ਸਾਰੇ ਪਾਸੇ ਨੂੰ ਭੇਜਿਆ, ਅਤੇ ਦਿੱਲੀ ਦੇ ਕੋਲ ਆ ਕੇ ਫਿਰ ਹੌਲੀ ਹੌਲੀ ਜਿਹੜੇ ਨਾਲ ਉਹ ਸਿੱਖ ਜੁੜਨ ਲੱਗੇ। ਕਈ ਹੁਕਮਨਾਮੇ ਵਾਲੇ ਸੀ, ਕਈ ਜਿਹੜੇ ਵਿੱਚ ਹਿੰਦੂ
ਜਾਂ ਗੈਰ ਮੁਸਲਿਮ ਜਿਹੜੇ ਲੋਕ ਸੀ ਜਿਨ੍ਹਾਂ ਨੂੰ ਬਹੁਤ ਸਤਾਇਆ ਹੋਇਆ ਸੀ, ਤੰਗ ਹੋਏ, ਨਾਲ ਜੁੜੇ। ਹੌਲੀ ਹੌਲੀ ਜਿਹੜੀ ਉਹ ਫੌਜ ਬਣਨੀ ਸ਼ੁਰੂ ਹੋਈ। ਪਹਿਲਾਂ ਛੋਟੀਆਂ ਛੋਟੀਆਂ ਜਿੱਤਾਂ ਉਹ ਦਰਜ ਕਰੀਆਂ, ਅਤੇ ਫਿਰ ਅੱਗੇ ਅੱਗੇ ਜਿਉਂ ਜਿਉਂ ਵੱਧਦੇ ਗਏ ਪੰਜਾਬ ਵੱਲ ਨੂੰ, ਤਾਂ ਉਹ ਛੋਟੀਆਂ ਛੋਟੀਆਂ ਜਿੱਤਾਂ ਤੋਂ ਬਾਅਦ ਫਿਰ ਕਪੂਰੀ ਦੀ ਇੱਕ ਜਿੱਤ ਦਾ ਜ਼ਿਕਰ ਆਉਂਦਾ, ਜਿੱਥੇ ਜਿਹੜਾ ਉੱਥੇ ਦਾ ਹਾਕਮ ਸੀ ਕਦਮੁਦੀਨ, ਬੜਾ ਜ਼ਾਲਮ ਹਾਕਮ ਮੰਨਿਆ ਜਾਂਦਾ ਸੀ, ਖਾਸ ਤੌਰ 'ਤੇ ਗੈਰ ਮੁਸਲਿਮ ਲੋਕਾਂ ਵਾਸਤੇ। ਅਤੇ ਉਹਨੇ ਐਲਾਨ ਕੀਤਾ ਹੋਇਆ ਸੀ ਵੀ ਕਿਸੇ ਵੀ ਹਿੰਦੂ ਨੇ ਜਦ ਕੋਈ ਕੁੜੀ ਵਿਆਹਣੀ ਹੈ ਤਾਂ ਪਹਿਲਾਂ ਸਹੁਰਿਆਂ ਦੇ ਜਾਣ ਤੋਂ ਮੇਰੇ ਕੋਲ ਉਹ ਆਉਣੀ ਚਾਹੀਦੀ। ਸੋ ਇੱਦਾਂ ਦਾ ਉਹ ਜ਼ਾਲਮ ਸੀ, ਜਿਹਦੇ ਕਰਕੇ ਉਹ ਹਿੰਦੂ ਬ੍ਰਾਹਮਣਾਂ ਨੇ ਆ ਕੇ ਜਿਹੜੀ ਮਦਦ ਵਾਸਤੇ ਅਪੀਲ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਰੀ, ਕਿਉਂਕਿ ਉਦੋਂ ਤੱਕ ਕਾਫੀ ਜਿਹੜਾ ਨਾਂ ਹੈ ਉਹ ਬਣਨ ਲੱਗ ਗਿਆ ਸੀ। ਕਿਉਂਕਿ ਹਾਲਾਂਕਿ ਬਹੁਤ ਵੱਡੀ ਜਿੱਤ ਉਦੋਂ ਤੱਕ ਕੋਈ ਨਹੀਂ ਸੀ ਕਰੀ, ਪਰ ਛੋਟੇ ਛੋਟੇ ਇਲਾਕੇ ਜਿਹੜੇ ਜਿੱਤਣੇ ਉਹ ਸ਼ੁਰੂ ਹੋ ਗਏ ਸੀ। ਇੱਕ ਤਰ੍ਹਾਂ ਨਾਲ ਬਾਗੀਆਂ ਦਾ ਟੋਲਾ ਜਿਹੜਾ ਬਣਿਆ ਹੋਇਆ ਸੀ। ਫਿਰ ਉੱਥੋਂ ਉਹਨਾਂ ਨੇ ਜਾ ਕੇ ਜਿਹੜੀ ਕਪੂਰੀ ਉਹ ਫਤਿਹ ਕੀਤੀ ਹੈ। ਕਦਮੁਦੀਨ ਨੂੰ ਜਿਹੜੀ ਉਹਦੇ ਕੀਤੇ ਦੀ ਜਿਹੜੀ ਸਜ਼ਾ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ। ਫਿਰ ਵਜੀਦ ਖਾਨ ਦਾ ਪਿੰਡ ਜਿੱਤਿਆ, ਜਿਹੜਾ ਕੁੰਜਪੁਰਾ ਉਹਦਾ ਪਿੰਡ ਸੀ। ਫਿਰ ਉੱਥੋਂ ਵੀ ਸੁਨੇਹੇ ਆ ਜਿਹੜੇ ਵਜੀਦ ਖਾਨ ਤੱਕ ਜਾਣੇ ਸ਼ੁਰੂ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਦਾ ਭੇਜਿਆ ਹੋਇਆ ਬਾਬਾ ਬੰਦਾ ਬਹਾਦਰ ਆ ਜਿਹੜਾ ਉਹ ਚੜ੍ਹਾਈ ਕਰਕੇ ਆ ਰਿਹਾ। ਅਤੇ ਰਸਤੇ 'ਚ ਕੈਥਲ ਦੀ ਜਿੱਤ ਹੁੰਦੀ ਆ, ਹਾਲਾਂਕਿ ਉਹ ਬਹੁਤ ਵੱਡੀਆਂ ਜਿੱਤਾਂ 'ਚ ਨਹੀਂ ਆਉਂਦੀ। ਕੈਥਲ ਦੇ ਵਿੱਚ ਦੋ ਸਿੰਘ ਆ ਕੇ ਮਿਲਦੇ ਆ ਜਿਹੜੇ ਸਰਹੰਦ ਤੋਂ ਆਏ ਆ, ਜਿਹਦਾ ਜ਼ਿਕਰ ਆਉਂਦਾ, ਜਿਨ੍ਹਾਂ 'ਚ ਇੱਕ ਨਾਂ ਹੈ ਬਾਬਾ ਆਲੀ ਸਿੰਘ ਦਾ। ਆਲੀ ਸਿੰਘ ਬਾਬਾ ਸਰਹੰਦ ਵਾਲੇ ਵਜੀਦ ਖਾਨ ਦੇ ਮਹਿਲਾਂ ਦੇ ਵਿੱਚ ਆਰਜੀ ਨਵੀਸ ਹੋਇਆ ਕਰਦਾ ਸੀ। ਜਿਵੇਂ ਅੱਜ ਕੱਲ੍ਹ ਬੈਠੇ ਹੁੰਦੇ ਆ, ਤਾਂ ਜਦੋਂ ਉਹ ਖਬਰਾਂ ਪਹੁੰਚਣੀਆਂ ਸ਼ੁਰੂ ਹੋਈਆਂ ਸੀ, ਉਦੋਂ ਹਾਲੇ ਛੋਟੀਆਂ ਛੋਟੀਆਂ ਜਿੱਤਾਂ ਜਿਹੜੀਆਂ ਦਰਜ ਹੋਈਆਂ ਸੀ, ਉਦੋਂ ਵਜੀਦ ਖਾਨ ਨੇ ਬਾਬਾ ਆਲੀ ਸਿੰਘ ਨੂੰ ਕਿਹਾ ਸੀ ਵੀ ਤੇਰੀ ਲਿਖਾਈ ਬੜੀ ਸੋਹਣੀ ਹੈ, ਇੱਕ ਚਿੱਠੀ ਲਿਖ ਬਾਬਾ ਬੰਦੇ ਬਹਾਦਰ ਨੂੰ, ਸੁਣਿਆ ਬੜਾ ਬਲਵਾਨ ਹੈ ਜੀ, ਬੜਾ ਬਹਾਦਰ ਹੈ, ਉਹਨੂੰ ਚਿੱਠੀ ਲਿਖ ਅਤੇ ਉਹਨੂੰ ਕਹਿ ਵੀ ਜੇ ਬਹਾਦਰੀ ਦਿਖਾਉਣੀ ਹੈ ਤਾਂ ਸਰਹੰਦ ਆਵੇ। ਤਾਂ ਬਾਬੇ ਆਲੀ ਸਿੰਘ ਨੇ ਜਵਾਬ ਦੇ ਦਿੱਤਾ ਸੀ ਕਿ ਚਿੱਠੀ ਦੀ ਲੋੜ ਨਹੀਂ, ਜੇ ਹੋਇਆ ਬਹਾਦਰ ਉਹਨੇ ਆਏ ਜਾਣਾ ਆਪੇ। ਉਸ ਜਵਾਬ ਦੇਣ ਤੋਂ ਵਜੀਦ ਖਾਨ ਖਿਝ ਗਿਆ ਸੀ ਅਤੇ ਉਹਨੇ ਕੈਦ ਕਰਵਾ ਲਿਆ ਸੀ ਕੁਛ ਦਿਨਾਂ ਵਾਸਤੇ ਆਲੀ ਸਿੰਘ ਨੂੰ। ਅਤੇ ਉਹ ਕੈਦ ਕੱਟਣ ਤੋਂ ਬਾਅਦ ਆਲੀ ਸਿੰਘ ਦੁਬਾਰਾ ਮਹਿਲਾਂ 'ਚ ਨਹੀਂ ਗਿਆ, ਅਤੇ ਬਾਬਾ ਆਲੀ ਸਿੰਘ ਸਿੱਧਾ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਗਿਆ ਸੀ, ਅਤੇ ਕੈਥਲ ਦੇ ਵਿੱਚ ਰਲਣ ਦਾ ਜਿਹੜਾ ਜ਼ਿਕਰ ਆਉਂਦਾ। ਅਤੇ ਆ ਬਾਅਦ ਦੇ ਵਿੱਚੋਂ ਬਾਬਾ ਆਲੀ ਸਿੰਘ ਉਹਨਾਂ ਨੇ ਜਦੋਂ ਸਰਹੰਦ ਫਤਿਹ ਹੋਈ ਹੈ ਤਾਂ ਉਹਦੀਆਂ ਡਾਇਰੈਕਸ਼ਨਾਂ ਦੇਣ ਦੇ ਵਿੱਚ ਜਾਂ ਉੱਥੇ ਜਿਹੜਾ ਬਹੁਤ ਬੜਾ ਰੋਲ ਆ ਜਿਹੜਾ ਉਹ ਅਦਾ ਕਰਿਆ। ਅਤੇ ਸ਼ਹੀਦੀ ਵੀ ਜਿਹੜੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਾਬਾ ਆਲੀ ਸਿੰਘ ਦੀ ਦਿੱਲੀ ਜਾ ਕੇ ਹੁੰਦੀ ਹੈ। ਅੰਤ ਤੱਕ ਜਿਹੜਾ ਉਹਨਾਂ ਦਾ ਸਾਥ ਆ ਉਹ ਰਹਿੰਦਾ। ਅਤੇ ਹੁਣ ਛੋਟੀਆਂ ਛੋਟੀਆਂ ਇਹ ਜਿੱਤਾਂ ਜਿੱਤਦੇ ਆਉਂਦੇ ਆ, ਤਾਂ ਹੁਣ ਅੱਗੇ ਦੋ ਨਿਸ਼ਾਨੇ ਆ, ਵੱਡੇ ਦੋ ਸ਼ਹਿਰ ਆਉਂਦੇ ਆ, ਇੱਕ ਸਢੌਰਾ ਅਤੇ ਇੱਕ ਸਮਾਣਾ, ਜਿਹੜਾ ਜਿੱਤਣਾ ਬਹੁਤ ਜ਼ਰੂਰੀ ਸੀ, ਜਿਨ੍ਹਾਂ ਦੀ ਜਾਂ ਕਹਿ ਲਓ ਪੁਰਾਣੀ ਰੜਕ ਬਹੁਤ ਸੀ ਸਿੱਖਾਂ ਦੇ ਵਿੱਚ, ਕਿਉਂਕਿ ਇੱਕ ਤਰ੍ਹਾਂ ਦੀ ਦੁਸ਼ਮਣੀ ਬੜੀ ਸੀ ਦੋਹੇ ਸ਼ਹਿਰਾਂ ਦੇ ਨਾਲ, ਬੜਾ ਨੁਕਸਾਨ ਇੱਥੇ ਦੇ ਲੋਕਾਂ ਨੇ ਕਰਿਆ ਸੀ। ਜਿਹੜੇ ਸਮਾਣੇ ਦਾ ਸ਼ਹਿਰ ਸੀ ਖਾਸ ਤੌਰ 'ਤੇ ਬੜਾ ਅਮੀਰ ਸ਼ਹਿਰ ਮੰਨਿਆ ਜਾਂਦਾ ਸੀ। ਸਈਦ ਸੀ ਜਿਹੜੇ ਉੱਥੇ ਦੇ ਸਈਦ ਲੋਕਾਂ ਦਾ ਸ਼ਹਿਰ ਸੀ, ਬੜੇ ਰਾਜਸੀ ਪਹੁੰਚ ਵਾਲੇ ਉਹ ਲੋਕ ਸੀ। ਉੱਥੇ ਦੇ 22 ਪਰਿਵਾਰ ਆ, ਡਾਕਟਰ ਗੰਡਾ ਸਿੰਘ ਹੋਰੀ ਲਿਖਦੇ ਆ ਕਿ ਜਿਨ੍ਹਾਂ ਨੂੰ ਆਪਣੀਆਂ ਪਾਲਕੀਆਂ ਅਤੇ ਨਾਲ ਜਿਹੜੇ ਅੰਗ ਰੱਖਿਅਕ ਰੱਖਣ ਦਾ ਅਧਿਕਾਰ ਮਿਲਿਆ ਹੋਇਆ ਸੀ। ਮਤਲਬ ਇੱਕ ਅੱਜ ਦੇ ਜ਼ਮਾਨੇ ਦੀ ਕਹਿ ਦਿਓ ਕਿ Z+ ਜਿਹੜੀ ਸਿਕਿਉਰਿਟੀ ਉਸ ਵਕਤ ਮਿਲੀ ਹੋਈ ਸੀ। ਬੜੀ ਰਾਜਸੀ ਪਹੁੰਚ ਵਾਲਾ, ਆਪਾਂ ਕਹਿ ਦਿਓ ਕਿ ਬੜਾ ਅਮੀਰ, ਤਾਂ ਉਹਦੀ ਜਿਹੜੀ ਸਿਕਿਉਰਿਟੀ ਆ ਉਹ ਸ਼ਹਿਰ ਦੀ ਉਹ ਵੀ ਬਹੁਤ ਹੋਊਗੀ। ਤਾਂ ਉਹਨੂੰ ਜਿੱਤਣ ਵਾਸਤੇ ਬੜੀ ਇੱਕ ਤੋਪ ਦੀ ਲੋੜ ਜਿਹੜੀ ਮਹਿਸੂਸ ਹੋਈ ਬਾਬਾ ਬੰਦਾ ਸਿੰਘ ਬਹਾਦਰ ਨੂੰ। ਅਤੇ ਸਮਾਣਾ ਜਿੱਤਣ ਨਾਲੋਂ ਉਹਨਾਂ ਨੇ ਪਹਿਲਾਂ ਫਿਰ ਮੁਸਤਫਾਬਾਦ ਜਿਹੜਾ ਜਿੱਤਿਆ, ਅਤੇ ਉੱਥੋਂ ਪਹਿਲੀ ਤੋਪ ਆ ਜਿਹੜੀ ਸਿੱਖਾਂ ਦੇ ਹੱਥ ਲੱਗੀ ਆ। ਪਹਿਲੀ ਤੋਪ ਉਹ ਸਿੱਖਾਂ ਨੇ ਲੈ ਕੇ ਜਿਹੜੀ ਅੱਗੇ ਵਰਤੀ ਹੈ, ਜਿਹੜੀ ਸਰਹੰਦ ਵਾਲੀ ਲੜਾਈ ਤੱਕ, ਚੱਪੜਚਿੜੀ ਤੱਕ ਜਿਹੜੀ ਉਹ ਤੋਪ ਵਰਤੀ ਗਈ ਹੈ। ਅਤੇ ਮੁਸਤਫਾਬਾਦ ਤੋਂ ਬਾਅਦ ਫਿਰ ਸਿੱਧਾ ਸਮਾਣੇ 'ਤੇ ਹਮਲਾ ਨਹੀਂ ਹੁੰਦਾ, ਫਿਰ ਸਢੌਰਾ ਜਿਹੜਾ ਰਸਤੇ 'ਚ ਫਤਿਹ ਕਰਿਆ ਜਾਂਦਾ। ਸਢੌਰੇ ਨਾਲ ਜਿਹੜੀ ਰੜਕ ਇਹ ਸੀ ਵੀ ਸਢੌਰਾ ਪੀਰ ਬੁੱਧੂ ਸ਼ਾਹ ਹੋਰਾਂ ਦਾ ਸ਼ਹਿਰ ਸੀ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਉਹਨਾਂ ਨਾਲ ਕਈ ਲੜਾਈਆਂ ਦੇ ਵਿੱਚ, ਖਾਸ ਤੌਰ 'ਤੇ ਭੰਗਾਣੀ ਦੇ ਯੁੱਧ ਦੇ ਵਿੱਚ ਬੜਾ ਸਾਥ ਦਿੱਤਾ ਸੀ, ਅਤੇ ਬੜਾ ਗੁਰੂਆਂ ਨੂੰ ਮੰਨਣੇ ਵਾਲਾ ਇੱਕ ਇਹ ਪਰਿਵਾਰ ਸੀ। ਤਾਂ ਉੱਥੇ ਦਾ ਹਾਕਮ ਸੀ ਉਸਮਾਨ ਖਾਨ। ਜਦੋਂ ਉਹਨੂੰ ਪਤਾ ਲੱਗਿਆ ਵੀ ਯੁੱਧਾਂ ਦੇ ਵਿੱਚ ਪੀਰ ਬੁੱਧੂ ਸ਼ਾਹ ਹੋਰਾਂ ਨੇ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ, ਤਾਂ ਉਹਨੇ ਬੜੇ ਤਸੀਹੇ ਦੇ ਕੇ ਪੀਰ ਬੁੱਧੂ ਸ਼ਾਹ ਨੂੰ ਉਸ ਵਕਤ ਸ਼ਹੀਦ ਕਰਿਆ ਸੀ।
ਇੱਕ ਸਰੋਤ ਦੇ ਵਿੱਚ ਲਿਖਿਆ ਹੋਇਆ ਵੀ ਪੀਰ ਜੀ ਨੂੰ ਜ਼ਮੀਨ ਦੇ ਵਿੱਚ ਗੱਡ ਕੇ ਅਤੇ ਉਹਦੇ ਸਿਰ ਦੇ ਉੱਤੇ ਉਹਨਾਂ ਦੇ ਦਹੀਂ ਪਾ ਕੇ ਗੁੜ ਪਾ ਕੇ ਕੁੱਤੇ ਜਿਹੜੇ ਛੱਡੇ ਗਏ ਸੀ, ਜਿਨ੍ਹਾਂ ਨੇ ਨੋਚ ਕੇ ਪੀਰ ਬੁੱਧੂ ਸ਼ਾਹ ਹੋਰਾਂ ਨੂੰ ਸ਼ਹੀਦ ਜਿਹੜਾ ਕੀਤਾ ਸੀ। ਅਤੇ ਹੁਣ ਜਿਉਂ ਬਾਬਾ ਬੰਦਾ ਸਿੰਘ ਬਹਾਦਰ ਜਿੱਤਦੇ ਆ ਰਹੇ ਸੀ, ਇੱਕ ਦਬਦਬਾ ਜਿਹੜਾ ਬਣਦਾ ਆ ਰਿਹਾ ਸੀ, ਅਤੇ ਉਹਨਾਂ ਦੇ ਵਿੱਚ ਫਿਰ ਪੀਰ ਬੁੱਧੂ ਸ਼ਾਹ ਹੋਰਾਂ ਦਾ ਜਿਹੜਾ ਪਰਿਵਾਰ ਹੈ ਉਹ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ। ਅਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਉਹਨੂੰ ਪੁੱਛਿਆ ਕਿ ਪੀਰ ਜੀ ਦਾ ਪਰਿਵਾਰ ਹੈ ਕਿ ਦੱਸੋ ਕੀ ਮੰਗਦੇ ਹੋ। ਹੁਣ ਉਹ ਕੁਛ ਵੀ ਮੰਗ ਸਕਦੇ ਸੀ, ਸੂਬੇਦਾਰੀ ਲੈ ਸਕਦੇ ਸੀ, ਹਾਕਮ ਬਣ ਸਕਦੇ ਸੀ, ਪਰ ਉਹਨਾਂ ਨੇ ਫਿਰ ਉੱਥੇ ਦੱਸਿਆ ਵੀ ਜਦੋਂ ਪੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਉਸਮਾਨ ਖਾਨ ਉਹਨਾਂ ਨੂੰ ਸ਼ਹੀਦ ਕਰਾ ਸਕਦਾ ਹੈ, ਤਾਂ ਉਹਨਾਂ ਨੇ ਗੁਰੂ ਸਾਹਿਬ ਦੀਆਂ ਨਿਸ਼ਾਨੀ ਸੀ ਇੱਕ ਕੰਘਾ, ਉਹ ਸਾਡੀ ਹਵੇਲੀ 'ਚ ਕਹਿੰਦੇ ਕਿਤੇ ਲੁਕਾਉਤਾ ਸੀ, ਅਤੇ ਕੰਘਾ ਸਾਡੀਆਂ ਜਿਹੜੀਆਂ ਕਿਸੇ ਕੰਧਾਂ ਦੇ ਵਿੱਚ ਕੰਘਾ ਜਿਹੜਾ ਲੁਕੋਇਆ ਹੋਇਆ, ਸਾਨੂੰ ਉਹ ਚਾਹੀਦਾ, ਸਾਨੂੰ ਉਹ ਨਿਸ਼ਾਨੀ ਗੁਰੂ ਸਾਹਿਬ ਦੀ ਚਾਹੀਦੀ ਹੈ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕੰਘਾ ਕਢਵਾ ਕੇ ਉਹਨਾਂ ਨੂੰ ਦਿੱਤਾ ਸੀ, ਅਤੇ ਉਹਨਾਂ ਦੀ ਜਿਹੜੀ 9ਵੀਂ ਪੀੜ੍ਹੀ ਅੱਜ ਕੱਲ੍ਹ ਅਮਰੀਕਾ 'ਚ ਰਹਿੰਦਾ ਪਰਿਵਾਰ, ਅਤੇ ਉਹਨਾਂ ਦੇ ਕੋਲ ਉਹ ਅੱਜ ਵੀ ਕੰਘਾ ਜਿਹੜਾ ਪਿਆ, ਅਤੇ ਉਹਨਾਂ ਕੋਲ ਇੱਕ ਛੋਟੀ ਸ੍ਰੀ ਸਾਹਿਬ ਵੀ ਅਤੇ ਹੁਕਮਨਾਮੇ ਵੀ ਉਸ ਵਕਤ ਦੇ ਉਸ ਪਰਿਵਾਰ ਦੇ ਕੋਲ ਅੱਜ ਵੀ ਹੈਗੇ। ਉਸ ਤੋਂ ਬਾਅਦ ਹੀ ਫਿਰ ਸਮਾਣਾ ਜਿਹੜਾ ਜਿੱਤਿਆ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੈਯਦ ਲੋਕਾਂ ਦਾ ਉਹ ਸ਼ਹਿਰ ਸੀ, ਬੜਾ ਇੰਪੋਰਟੈਂਟ ਸ਼ਹਿਰ ਸੀ। ਪਾਲਕੀਆਂ ਅੰਗ ਰੱਖਿਅਕ ਮਿਲੇ ਹੋਏ ਸੀ। ਕਿਉਂ ਮਿਲੇ ਹੋਏ ਸੀ? ਕਿਉਂਕਿ ਇਹ ਸੈਯਦ ਜਲਾਦਾਂ ਦਾ, ਧਾਰਮਿਕ ਜਲਾਦਾਂ ਦਾ ਅਸਲ ਦੇ ਵਿੱਚ ਸ਼ਹਿਰ ਸੀ। ਦੋ ਤਰ੍ਹਾਂ ਦੇ ਜਲਾਦ ਆ, ਪ੍ਰੋਫੈਸਰ ਉਦੋਕੇ ਹੋਰੀਂ ਦੱਸਦੇ ਆ, ਡਾਕਟਰ ਉਦੋਕੇ ਹੋਰੀਂ ਸੌਰੀ, ਕਿ ਇੱਕ ਜਲਾਦ ਤਾਂ ਆਮ ਹੋਇਆ ਕਰਦੇ ਸੀ, ਜਿਹੜੇ ਆਮ ਅਪਰਾਧੀਆਂ ਨੂੰ ਜਿਹੜੀ ਸਜ਼ਾ ਦਿੰਦੇ ਹੁੰਦੇ ਸੀ। ਇੱਕ ਸੈਯਦ ਜਲਾਦ ਹੁੰਦੇ ਸੀ, ਧਾਰਮਿਕ ਵਿਅਕਤੀ ਹੁੰਦੇ ਸੀ। ਉਹਨਾਂ ਦਾ ਕੰਮ ਸੀ ਵੀ ਉਹ ਟਾਈਪ ਦੇ ਅਪਰਾਧੀਆਂ ਨੂੰ ਸਜ਼ਾ ਦਿੰਦੇ ਸੀ, ਜਿਨ੍ਹਾਂ ਨੂੰ ਇਹ ਆਪਸ਼ਨ ਦਿੱਤੀ ਜਾਂਦੀ ਸੀ ਵੀ ਜੇ ਉਹ ਦੀਨ-ਏ ਇਸਲਾਮ 'ਚ ਆਉਣਾ ਮੰਨਦੇ ਆ ਤਾਂ ਉਹਨਾਂ ਨੂੰ ਕਲਮਾ ਪੜ੍ਹਾ ਕੇ ਉਹ ਦੀਨ-ਏ ਇਸਲਾਮ 'ਚ ਲਿਆ ਕੇ ਮੁਸਲਿਮ ਬਣਾ ਕੇ ਮਤਲਬ ਉਹਦਾ ਜੁਰਮ ਆ ਜਿਹੜਾ ਮਾफ़ ਕਰ ਸਕਦੇ ਹੁੰਦੇ ਸੀ। ਇਹ ਸੈਯਦ ਲੋਕਾਂ ਦਾ ਹੁੰਦਾ ਸੀ। ਮੋਸਟਲੀ ਇਹ ਦੂਜੇ ਧਰਮਾਂ ਦੇ ਕਈ ਅਪਰਾਧੀਆਂ ਨੂੰ ਸਜ਼ਾ ਦੇਣ ਦੇ ਵਿੱਚ ਇਹ ਜਲਾਦਾਂ ਦਾ ਜਾਣੀ ਕੰਮ ਹੁੰਦਾ ਸੀ। 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲਾ ਤਾਂ ਹੀ ਸੈਯਦ ਜਲਾਲੂਦੀਨ ਹੋਇਆ, ਉਹ ਵੀ ਜਿਹੜਾ ਇਸੇ ਸਮਾਣੇ ਸ਼ਹਿਰ ਦਾ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਇਸੇ ਜਲਾਲੂਦੀਨ ਦੇ ਭਤੀਜੇ ਸੀ, ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ, ਉਹ ਵੀ ਸਮਾਣੇ ਦੇ ਸੀ। ਅਤੇ ਇੱਕ ਅਨੰਦਪੁਰ ਸਾਹਿਬ ਜਿਹੜਾ ਕੁਰਾਨ 'ਤੇ ਕਸਮ ਲਿਖ ਕੇ ਲਿਜਾਣੇ ਵਾਲਾ ਸੈਯਦ ਵਲੀ ਹਸਨ ਸੀ, ਜਿਹੜਾ ਗੁਰੂ ਸਾਹਿਬ ਕੋਲ ਲੈ ਕੇ ਗਿਆ ਸੀ ਜਦੋਂ ਅਨੰਦਪੁਰ ਸਾਹਿਬ ਵਾਲਾ ਘੇਰਾ ਸੀ, ਝੂਠੀਆਂ ਕਸਮਾਂ ਉਸ ਕੁਰਾਨ ਦੇ ਉੱਤੇ ਲਿਖੀਆਂ ਹੋਈਆਂ ਸੀ, ਉਹ ਵਲੀ ਹਸਨ ਵੀ ਹੈ ਜਿਹੜਾ ਇਸੇ ਸ਼ਹਿਰ ਦਾ ਸੀ। ਇਹ ਸਜ਼ਾਵਾਂ ਦਿੰਦੇ ਸੀ, ਜਲਾਦ ਸੀ, ਤਾਂ ਕਰਕੇ ਬਹੁਤ ਲੋਕਾਂ ਦੀ ਜਿਹੜੀ ਦੁਸ਼ਮਣੀ ਰਹਿੰਦੀ ਸੀ, ਜਿਨ੍ਹਾਂ ਨੂੰ ਸਜ਼ਾਵਾਂ ਵਗੈਰਾ ਮਿਲਦੀਆਂ ਸੀ, ਤਾਂ ਹੀ ਇਹ ਸ਼ਹਿਰ ਨੂੰ ਸਿਕਿਉਰਿਟੀ ਜਿਹੜੀ ਬਹੁਤ ਦਿੱਤੀ ਹੁੰਦੀ ਸੀ। ਸੋ ਉਦੋਂ ਤੱਕ ਫੌਜ ਕਾਫੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਹੋ ਗਈ, ਹੌਸਲਾ ਵੀ ਬਣ ਗਿਆ, ਤੋਪ ਵੀ ਆ ਗਈ, ਸਮਾਣਾ ਵੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤਿਆ। ਹੁਣ ਹੌਲੀ ਹੌਲੀ ਵਜੀਦ ਖਾਨ ਕੋਲ ਖਬਰਾਂ ਜਿਹੜੀਆਂ ਪਹੁੰਚ ਰਹੀਆਂ, ਅਤੇ ਇਹ ਵੀ ਪਤਾ ਲੱਗ ਗਿਆ ਵੀ ਹੁਣ ਅਗਲਾ ਨਿਸ਼ਾਨਾ ਜਿਹੜਾ ਉਹ ਸਰਹੰਦ ਬਣ ਸਕਦਾ। ਪਰ ਸਿੱਧਾ ਹਮਲਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਸਰਹੰਦ 'ਤੇ ਨਹੀਂ ਕਰਿਆ, ਬਲਕਿ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਛੱਤ ਜਿੱਤਿਆ, ਛੱਤ ਤੋਂ ਬਾਅਦ ਬਨੂੜ ਜਿੱਤਿਆ। ਅਤੇ ਦੂਜੇ ਪਾਸਿਓਂ ਜਿਹੜੇ ਸੁਨੇਹੇ ਸੀ ਦੁਆਬੇ ਵਾਲੇ ਪਾਸੇ, ਮਾਝੇ ਵਾਲੇ ਪਾਸੇ ਸਿੱਖਾਂ ਕੋਲ ਪਹੁੰਚੇ, ਉਹ ਵੀ ਜਿਹੜਾ ਇੱਧਰ ਨੂੰ ਆਉਣਾ ਸ਼ੁਰੂ ਹੋ ਗਏ। ਜਦੋਂ ਆ ਰਹੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ, ਤਾਂ ਰਸਤੇ 'ਚ ਰੋਕਣ ਵਾਸਤੇ ਵਜੀਦ ਖਾਨ ਨੇ ਫਿਰ ਮਲੇਰਕੋਟਲੇ ਵਾਲਾ ਜਿਹੜਾ ਸ਼ੇਰ ਮੁਹੰਮਦ ਖਾਨ ਸੀ, ਉਹਦੀ ਡਿਊਟੀ ਲਾਈ ਹੈ, ਅਤੇ ਵੀ ਉਹਨਾਂ ਨੂੰ ਰਸਤੇ 'ਚ ਬੰਦਾ ਬਹਾਦਰ ਤੱਕ ਨਾ ਪਹੁੰਚਣ ਦਿੱਤਾ ਜਾਵੇ। ਤਾਂ ਰੋਪੜ ਕੋਲ ਜਿਹੜੀ ਉਹ ਲੜਾਈ ਹੋਈ ਹੈ ਸ਼ੇਰ ਮੁਹੰਮਦ ਖਾਨ ਦੇ ਨਾਲ, ਉਹ ਸਿੱਖਾਂ ਦੀ ਜਿਹੜੇ ਮਾਝੇ ਦੁਆਬੇ ਵੱਲੋਂ ਆਉਂਦੇ ਸੀ, ਅਤੇ ਉਸ ਲੜਾਈ ਦੇ ਵਿੱਚ ਜਿਹੜਾ ਸ਼ੇਰ ਮੁਹੰਮਦ ਖਾਨ ਦਾ ਭਰਾ ਹੈ ਖਿਜ਼ਰ ਖਾਨ, ਅਤੇ ਉਹਦੇ 2 ਭਤੀਜੇ ਜਿਹੜੇ ਮਾਰੇ ਗਏ ਆ, ਅਤੇ ਸ਼ੇਰ ਮੁਹੰਮਦ ਖਾਨ ਵੀ ਜਿਹੜਾ ਜ਼ਖਮੀ ਹੋ ਕੇ ਉੱਥੋਂ ਆਇਆ ਸੀ। ਸੋ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਿਨਾਂ ਹੀ ਜਿਹੜਾ ਸ਼ੇਰ ਮੁਹੰਮਦ ਖਾਨ ਦਾ ਜਿਹੜੀ ਫੌਜ ਸੀ ਉੱਥੋਂ ਭਜਾਤੀ ਸੀ। ਸੋ ਅੱਗੇ ਆਉਂਦੇ ਆਉਂਦੇ ਫਿਰ ਜਿਹੜਾ ਟਾਕਰਾ ਹੈ ਇਹ ਖਰੜ ਦੇ ਕੋਲ ਆ ਕੇ ਜਿਹੜਾ ਦੋਹੇ ਗਰੁੱਪਾਂ ਦਾ, ਇੱਧਰੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਵਾਗਤ ਕਰਿਆ, ਖੁਸ਼ ਹੋਏ ਜਦੋਂ ਇਹ ਗੱਲਾਂ ਪਹੁੰਚੀਆਂ ਕਿ ਉਹਨਾਂ ਜਿਹੜੇ ਸਿੱਖਾਂ ਉਹਨਾਂ ਨੇ ਬਿਨਾਂ ਕਿਸੇ ਅਗਵਾਈ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੇਰ ਮੁਹੰਮਦ ਖਾਨ ਨੂੰ ਜਿਹੜਾ ਭਜਾਇਆ। ਸੋ ਇਤਿਹਾਸ ਬੜਾ ਜਿਹਾ ਸਢੌਰੇ ਵਾਲੀ ਲੜਾਈ ਦਾ ਵੀ ਬੜਾ ਜ਼ਿਕਰ ਆਉਂਦਾ, ਕਈ ਇਤਿਹਾਸਕਾਰਾਂ ਨੇ ਇੱਥੇ ਲਿਖਿਆ, ਜੇ ਖਾਸ ਤੌਰ 'ਤੇ ਪੁਰਾਣੇ ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਆ ਜਾਂ ਸ਼ਮਸ਼ੇਰ ਖਾਲਸਾ,
ਕਿ ਉਹਨਾਂ ਵਕਤ ਜਿਹੜੀ ਮਜ਼ਾਰਾਂ ਦੀ ਬੜੀ ਬੇਹੁਰਮਤੀ ਜਿਹੜੀ ਹੋਈ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਸ ਤੌਰ 'ਤੇ ਸਢੌਰੇ ਦਾ ਜ਼ਿਕਰ ਕਰਿਆ। ਇਹ ਸਾਰਾ ਵੀ ਜਿਹੜੀਆਂ ਕਬਰਾਂ ਪੁੱਟ ਕੇ ਮੁਰਦਿਆਂ ਨੂੰ ਅੱਗ ਨਾਲ ਸਾੜਿਆ ਗਿਆ। ਪਰ ਇਹਦਾ ਗੱਲ ਦਾ ਇਹਨਾਂ ਤੋਂ ਬਿਨਾਂ ਕੋਈ ਵੀ ਜਿਹੜਾ ਪ੍ਰੂਫ ਆ ਉਹ ਕਿਤੇ ਵੀ ਨਹੀਂ ਮਿਲਦਾ। ਈਵਨ ਕਿ ਡਾਕਟਰ ਗੰਡਾ ਸੀ ਹੋਰੀ ਲਿਖਦੇ ਆ ਕਿ 1947 ਵਿੱਚ ਉਹਨਾਂ ਨੇ ਆਪ ਜਿਹੜੀਆਂ ਇਹ ਮਜ਼ਾਰਾਂ ਇਹ ਉੱਥੇ ਦੇਖੀਆਂ ਸਢੌਰੇ ਦੇ ਵਿੱਚ, ਅਤੇ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਸੀ ਉਵੇਂ ਉਹ ਬਾਅਦ ਦੇ ਵਿੱਚ ਜਿਹੜੀਆਂ ਉੱਥੇ ਖੜੀਆਂ ਸੀ। ਸਿਰਫ ਇੱਕ ਕੁਤਬੁਲ ਅਖਤਾਬ ਦਾ ਮਜ਼ਾਰ ਸੀ ਜਿਹਦੇ ਕੋਲ ਨੂੰ ਹਿੰਦੂ ਲੋਕਾਂ ਨੂੰ ਲੰਘਣਾ ਵੀ ਜਿਹੜਾ ਬੰਦ ਕਰਿਆ ਹੋਇਆ ਸੀ ਉਸ ਵਕਤ ਉਸਮਾਨ ਖਾਨ ਨੇ। ਸਿਰਫ ਉਦੋਂ ਉਹਨੂੰ ਅੱਗ ਨਾਲ ਕਹਿੰਦੇ ਉਹ ਧੁਆਂਖਿਆ ਹੋਇਆ ਸੀ, ਵੀ ਆਮ ਲੋਕਾਂ ਨੇ ਅੱਗ ਲਾਈ ਸੀ ਰੋਸ ਦੇ ਵਿੱਚ, ਨਾ ਕਿ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਕਿਤੇ ਕਿਸੇ ਵੀ ਧਾਰਮਿਕ ਜਗ੍ਹਾ ਜਿਹੜੀ ਬੇਹੁਰਮਤੀ ਕੋਈ ਕਰੀ ਹੋਵੇ। ਚਲੋ ਜੀ, ਹੁਣ ਜਿਹੜੀ ਦੋਏ ਪਾਸੇ ਤੋਂ ਇਕੱਠੀਆਂ ਫਿਰ ਫੌਜਾਂ ਹੋ ਗਈਆਂ। ਉੱਧਰ ਬਾਬਾ ਬੰਦਾ ਸਿੰਘ ਬਹਾਦਰ ਪਹੁੰਚ ਗਏ ਅਤੇ ਉੱਧਰੋਂ ਮਾਝੇ ਅਤੇ ਦੁਆਬੇ ਵਾਲੇ ਜਿਹੜੇ ਸਿੱਖ ਆ ਉਹ ਇਕੱਠੇ ਹੋ ਗਏ। ਹੁਣ ਸਿੱਖ ਕਹਿ ਰਹੇ ਹਮਲਾ ਕਰਨ ਨੂੰ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਨੀ ਦੇਰ ਸਾਰੇ ਸਿੱਖਾਂ ਦੀ ਜਿਹੜੀ ਵੇਟ ਕਰੀ ਵੀ ਜਿਹੜੇ ਬਾਕੀ ਵੀ ਆਉਣੇ ਉਹ ਵੀ ਰਲ ਜਾਣ। 3 ਦਿਨ ਸਵਾਲ ਜਿਹੜੇ ਬਾਕੀ ਸਿੱਖ ਕਰਦੇ ਰਹੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹੀ ਕਿਹਾ ਕਿ ਹੁਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜਿਹੜਾ ਰੋਸ ਆ ਉਹ ਸਾਰੀ ਕੌਮ ਦੇ ਵਿੱਚ ਬਰਾਬਰ ਵੰਡਿਆ ਹੋਇਆ। ਸੋ ਮੈਂ ਚਾਹੁੰਦਾ ਵੀ ਅੱਜ ਸਾਰੇ ਇੱਥੇ ਇਕੱਠੇ ਹੋਣ, ਫਿਰ ਅਸੀਂ ਸਰਹੰਦ 'ਤੇ ਜਿਹੜਾ ਗੁੱਸਾ ਉਹ ਕੱਢੀਏ। ਚਲੋ ਜੀ, ਇੱਕ ਵੱਡੀ ਫੌਜ ਆ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਉਦੋਂ ਤੱਕ ਤਿਆਰ ਹੋ ਗਈ। ਅਤੇ ਹੁਣ ਜਿਹੜੇ ਹੁਕਮਨਾਮੇ ਗੁਰੂ ਸਾਹਿਬ ਨੇ ਦਿੱਤੇ ਹੋਏ ਸੀ ਉਹਨਾਂ ਦੇ ਵਿੱਚ ਜਿਹੜਾ ਇਹ ਵੀ ਜ਼ਿਕਰ ਆਉਂਦਾ ਹੈ ਵੀ ਕਿਸੇ ਵੀ 2 ਬੜਾ ਉਹਨਾਂ ਦੇ ਵਿੱਚ ਅਹਿਮ ਜਿਹੜੀਆਂ ਚੀਜ਼ਾਂ ਗੁਰੂ ਸਾਹਿਬ ਨੇ 2 ਹੁਕਮਨਾਮਿਆਂ 'ਚ ਦਿੱਤੀਆਂ ਹੋਈਆਂ ਕਿ ਇੱਕ ਤਾਂ ਕਿਸੇ ਵੀ ਧਾਰਮਿਕ ਸਥਾਨ ਦੀ ਜਿਹੜੀ ਬੇਅਦਬੀ ਨਹੀਂ ਕਰਨੀ, ਜਿਵੇਂ ਪਹਿਲਾਂ ਜ਼ਿਕਰ ਕਰਕੇ ਹਟਿਆ, ਬੜਾ ਪਹਿਲਾਂ ਇਤਿਹਾਸਕਾਰਾਂ ਨੇ ਲਿਖਿਆ ਪਰ ਕੋਈ ਵੀ ਇੱਦਾਂ ਦਾ ਜਿਹੜਾ ਪ੍ਰੂਫ ਆ ਮਿਲਿਆ ਨਹੀਂ ਮੁੜ ਕੇ। ਦੂਜਾ, ਮੈਦਾਨੇ ਜੰਗ ਦੀ ਜਿਹੜੀ ਚੋਣ ਆ ਉਹ ਆਪ ਕਰਨੀ ਆ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਜਾ ਕੇ ਲੜਨ ਦੀ ਜਗ੍ਹਾ ਜਿਹੜੀ ਮੈਦਾਨੇ ਜੰਗ ਦੀ ਜਿਹੜੀ ਚੋਣ ਆ ਉਹ ਆਪ ਫਿਰ ਚੱਪੜ ਚਿੜੀ ਦੇ ਵਿੱਚ ਕਰੀ, ਅਤੇ ਉੱਥੋਂ ਫਿਰ ਵਜੀਦ ਖਾਨ ਨੂੰ ਜਿਹੜੀ ਚਿੱਠੀ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਵਾਸਤੇ ਲਿਖੀ ਹੈ।